हाँ जी, गुड मॉर्निंग स्टूडेंट्स। 10th क्लास बेटा अज असी नैक्सट टॉपिक करांगे अकोमोडेशन ऑफ सोशल डाइवर्सिटी आउटकम्स ऑफ डेमोक्रेसी का ही नैक्सट पार्ट है कि किवें सोशल डिफरेंसिस नूं अकोमोडेट करती है डेमोक्रेसी। उस तो पहला कार्टन तुसीं व्यू कर लो। कहता वर्ल्ड्स वैल्थ ओनड बाय अ फ्यू, दुनिया का जिहड़ा ज़्यादा पैसा है वो सिर्फ थोड़े जे लोगों के कोल है। जिवें दिखाया कि सिर्फ 2% ਦੇ ਗਰੀਬ ਲੋਕ ਨੇ ਜਿਨ੍ਹਾਂ ਕੋਲ ਕਿ ਜ਼ਿਆਦਾ ਪੈਸਾ ਹੈ, ਜਦੋਂ ਕਿ ਦੂਜੇ ਪਾਸੇ 50% ਐਸੇ ਗਰੀਬ ਲੋਕ ਨੇ ਜਿਨ੍ਹਾਂ ਕੋਲ ਬਹੁਤ ਹੀ ਘੱਟ ਵੈਲਥ ਰਿਸੋਰਸਿਸ ਨੇ ਔਰ ਆਪਣੀਆਂ ਜਿਹੜੀਆਂ ਡੇਲੀ ਨੀਡਸ ਨੇ ਉਹ ਵੀ ਬੜੀ ਮੁਸ਼ਕਿਲ ਨਾਲ ਪੂਰੀਆਂ ਕਰਦੇ ਨੇ। ਸੋ ਲੈਟਸ ਸਟਾਰਟ। ਕਹਿੰਦਾ ਨੋ ਟੂ ਡੈਮੋਕ੍ਰੇਸੀਜ਼ ਲੀਡ ਟੂ ਪੀਸਫੁਲ ਐਂਡ ਹਾਰਮੋਨੀਅਸ ਲਾਈਫ ਅਮੰਗ ਸਿਟੀਜ਼ਨਸ, ਕਿ ਡੈਮੋਕ੍ਰੇਸੀ ਜਿਹੜੀ ਹੈ ਲੋਕਾਂ ਦੇ ਵਾਸਤੇ ਪੀਸਫੁਲ ਮਾਹੌਲ ਜਿਹੜਾ ਹੈ ਕਾਇਮ ਕਰਦੀ ਹੈ। It will be fair expectation that democracy should produce a harmonious social life. So हर एक बंदा एक्सपैक्ट करता है डेमोक्रेसी तो कि एक ऐसी लाइफ होवे डेमोक्रेटिक कंट्री दे विच जिथे कि पीस एंड हारमनी होवे, शांति होवे, सब मिल जुल के रहिंदे होण। We have seen in the earlier chapters how democracies accommodate various social divisions. We saw in the first chapter how Belgium has successfully negotiated differences among ethnic populations. ਸੋ ਅਸੀਂ ਫਸਟ ਚੈਪਟਰ 'ਚ ਦੇਖਿਆ ਸੀਗਾ ਕਿ ਬੈਲਜੀਅਮ ਨੇ ਕਿਵੇਂ, ਜੋ ਕਿ ਇੱਕ ਡੈਮੋਕ੍ਰੈਟਿਕ ਕੰਟਰੀ ਹੈ, ਕਿਵੇਂ ਉੱਥੋਂ ਦੀਆਂ ਅਲੱਗ-ਅਲੱਗ ਜਿਹੜੀਆਂ ਕਮਿਊਨਿਟੀਜ਼ ਨੇ ਉਹਨਾਂ ਦੇ ਡਿਫਰੈਂਸਿਸ ਨੂੰ ਅਕੋਮੋਡੇਟ ਕੀਤਾ ਹੈ ਔਰ ਸਾਰੀਆਂ ਕਮਿਊਨਿਟੀਜ਼ ਉੱਥੇ ਪੀਸਫੁਲੀ ਰਹਿ ਰਹੀਆਂ ਨੇ। ਡੈਮੋਕ੍ਰੇਸੀਜ਼ ਯੂਜੂਅਲੀ ਡਿਵੈਲਪ ਅ ਪ੍ਰੋਸੀਜਰ ਟੂ ਕੰਡਕਟ ਦੇਅਰ ਕੰਪੀਟੀਸ਼ਨ। ਦਿਸ ਰਿਡਿਊਸਿਸ ਦ ਪੋਸੀਬਿਲਿਟੀ ਆਫ ਥੀਸ ਟੈਂਸ਼ਨਸ ਬਿਕਮਿੰਗ ਐਕਸਪਲੋਸਿਵ ਔਰ ਵਾਇਲੈਂਟ। ਸੋ ਡੈਮੋਕ੍ਰੇਸੀ ਦੇ ਵਿੱਚ ਇੱਕ ਐਸਾ ਮੈਥਡ ਹੈ ਕਿ ਜਿਹਦੇ ਰਾਹੀਂ ਕੀ ਹੈ ਅਲੱਗ-ਅਲੱਗ ਕਮਿਊਨਿਟੀਜ਼ ਆਪਣੀਆਂ ਪੋਲੀਟੀਕਲ ਆਰਗੇਨਾਈਜੇਸ਼ਨਸ ਬਣਾ ਕੇ ਜਿਹੜਾ ਨੇ ਕੰਪੀਟ ਕਰਕੇ ਗਵਰਨਮੈਂਟ ਦਾ ਪਾਰਟ ਬਣ ਸਕਦੀਆਂ ਨੇ ਔਰ ਆਪਣੀਆਂ ਪ੍ਰੋਬਲਮਸ ਸ਼ੇਅਰ ਕਰਕੇ ਜਿਹੜਾ ਹੈ ਉਹਨਾਂ ਪ੍ਰੋਬਲਮਸ ਦਾ ਹੱਲ ਲੱਭ ਸਕਦੀਆਂ ਨੇ, ਜਿਸ ਕਾਰਨ ਕੰਟਰੀ ਦੇ ਵਿੱਚ ਜਿਹੜੀ ਹੈ ਪੀਸ ਐਂਡ ਹਾਰਮਨੀ ਬਰਕਰਾਰ ਰਹਿੰਦੀ ਹੈ। No society can fully and permanently resolve conflicts among different groups, but we can certainly learn to respect these differences and we can also evolve mechanisms to negotiate the differences. ਹਾਲਾਂਕਿ ਅਸੀਂ ਅਲੱਗ-ਅਲੱਗ ਕਮਿਊਨਿਟੀਜ਼ ਦੇ ਜੋ ਝਗੜੇ ਉਹਨਾਂ ਨੂੰ ਪਰਮਾਨੈਂਟਲੀ ਤਾਂ ਖ਼ਤਮ ਨਹੀਂ ਕਰ ਸਕਦੇ, ਬਟ ਵੀ ਕੈਨ ਸਰਟਨਲੀ ਲਰਨ ਟੂ ਰਿਸਪੈਕਟ ਥੀਸ ਡਿਫਰੈਂਸਿਸ। ਲੇਕਿਨ ਅਸੀਂ ਘੱਟੋ ਘੱਟ ਇੱਕ ਦੂਜੀ ਕਮਿਊਨਿਟੀ ਦੀ ਰਿਸਪੈਕਟ ਤਾਂ ਕਰ ਸਕਦੇ ਹਾਂ ਐਂਡ ਵੀ ਕੈਨ ਇਵੋਲਵ ਮੈਕੈਨਿਜ਼ਮ ਟੂ ਨੈਗੋਸ਼ੀਏਟ ਦ ਡਿਫਰੈਂਸਿਸ। ਅਸੀਂ ਕੁਛ ਮੈਥਡ ਵੀ ਅਪਣਾ ਸਕਦੇ ਹਾਂ ਜਿਨ੍ਹਾਂ ਦੇ ਰਾਹੀਂ ਜਿਹੜਾ ਹੈ ਅਸੀਂ ਆਪਸੀ ਗੱਲਬਾਤ ਦੇ ਨਾਲ ਜਿਹੜਾ ਆਪਣੇ ਮਸਲੇ ਸੁਲਝਾ ਲਈਏ। ਡੈਮੋਕ੍ਰੇਸੀ ਇਜ਼ ਦ ਬੈਸਟ ਸੂਟਿਡ ਟੂ ਪ੍ਰੋਡਿਊਸ ਦਿਸ ਆਊਟਕਮ। ਡੈਮੋਕ੍ਰੇਸੀ ਜਿਹੜੀ ਹੈ ਇੱਕ ਬੈਸਟ ਵੇ ਹੈ ਗੱਲਬਾਤ ਰਾਹੀਂ ਮਸਲੇ ਦੂਰ ਕਰਨ ਦਾ। ਨੋਨ ਡੈਮੋਕ੍ਰੈਟਿਕ ਰਜੀਮਸ ਆਫਨ ਟਰਨ ਅ ਬਲਾਈਂਡ ਆਈ ਔਰ ਸਪਰੈਸ ਇੰਟਰਨਲ ਸੋਸ਼ਲ ਡਿਫਰੈਂਸਿਸ। ਲੇਕਿਨ ਜਿਹੜੀਆਂ ਨੋਨ ਡੈਮੋਕ੍ਰੈਟਿਕ ਗਵਰਨਮੈਂਟਸ ਨੇ, ਡਿਕਟੇਟਰਸ਼ਿਪ ਹੋ ਗਈ ਜਾਂ ਕਿੰਗਸ਼ਿਪ ਹੋ ਗਈ, ਉਹਨਾਂ ਦੇ ਵਿੱਚ ਅਕਸਰ ਛੋਟੀਆਂ ਕਮਿਊਨਿਟੀਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਬਿਲਿਟੀ ਟੂ ਹੈਂਡਲ ਸੋਸ਼ਲ ਡਿਫਰੈਂਸਿਸ, ਡਿਵੀਜ਼ਨਸ ਐਂਡ ਕਨਫਲਿਕਟਸ ਇਜ਼ ਦਸ ਅ ਡੈਫੀਨੇਟ ਪਲੱਸ ਪੁਆਇੰਟ ਆਫ ਡੈਮੋਕ੍ਰੈਟਿਕ ਕੰਟਰੀਜ਼। ਸੋ ਡੈਮੋਕ੍ਰੈਟਿਕ ਕੰਟਰੀਜ਼ ਦਾ ਇਹੀ ਬੈਨੀਫਿਟ ਹੈ ਕਿ ਅਲੱਗ-ਅਲੱਗ ਕਮਿਊਨਿਟੀਜ਼ ਨੂੰ ਜਿਹੜਾ ਹੈ ਉਹ ਇਕੱਠਿਆਂ ਰੱਖ ਕੇ ਜਿਹੜਾ ਹੈ ਦੇਸ਼ ਨੂੰ ਰਨ ਕਰਦੀ ਹੈ। ਬਟ ਦ ਐਗਜ਼ਾਮਪਲ ਆਫ ਸ੍ਰੀਲੰਕਾ ਰਿਮਾਈਂਡਸ ਅਸ ਦੈਟ ਅ ਡੈਮੋਕ੍ਰੇਸੀ ਮਸਟ ਫੁਲਫਿਲ 2 ਕੰਡੀਸ਼ਨਸ ਇਨ ਆਰਡਰ ਟੂ ਅਚੀਵ ਦਿਸ ਆਊਟਕਮ। ਲੇਕਿਨ ਸ੍ਰੀਲੰਕਾ ਵਾਲਾ ਕੇਸ ਵੀ ਸਾਡੇ ਸਾਹਮਣੇ ਹੈ ਕਿ ਉੱਥੇ ਕਿਵੇਂ ਮੈਜੋਰਿਟੀ ਨੇ ਮਾਈਨੋਰਿਟੀ ਨੂੰ ਡੋਮੀਨੇਟ ਕੀਤਾ ਸੀਗਾ। ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਡੈਮੋਕ੍ਰੇਸੀ ਨੂੰ ਜਿਹੜਾ ਹੈ ਕੁਛ ਖਾਸ ਜਿਹੜੀਆਂ ਚੀਜ਼ਾਂ ਨੇ ਆਪਣੇ 'ਚ ਸ਼ਾਮਿਲ ਕਰਨੀਆਂ ਚਾਹੀਦੀਆਂ ਨੇ। ਨੰਬਰ 1, it is necessary to understand that democracy is not simply ruled by majority opinion. The majority always needs to work with the minority so that governments function to represent the general view. ਸੋ ਕਹਿਣ ਦਾ ਮੀਨਿੰਗ ਕਿ ਡੈਮੋਕ੍ਰੇਸੀ ਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਿਰਫ ਜੋ ਮੈਜੋਰਿਟੀ ਦਾ ਵਿਚਾਰ ਹੈ ਉਹਦੇ ਅਕੋਰਡਿੰਗ ਹੀ ਸਰਕਾਰ ਚਲਾਈ ਜਾਏਗੀ, ਬਲਕਿ ਮੈਜੋਰਿਟੀ ਆਲਵੇਜ਼ ਨੀਡਸ ਟੂ ਵਰਕ ਵਿਦ ਦਾ ਮਾਈਨੋਰਿਟੀ। ਮੈਜੋਰਿਟੀ ਨੂੰ ਮਾਈਨੋਰਿਟੀ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਤਾਂ ਕਿ ਗਵਰਨਮੈਂਟ ਜਿਹੜੀ ਹੈ ਉਹ ਸਭ ਲੋਕਾਂ ਦੀ ਗਵਰਨਮੈਂਟ ਬਣ ਕੇ ਸਭ ਵਾਸਤੇ ਕੰਮ ਕਰ ਸਕੇ। ਜਿਵੇਂ ਫੋਰ ਐਗਜ਼ਾਮਪਲ ਕਿ ਜੋ ਮੈਜੋਰਿਟੀ ਪਾਰਟੀ ਹੈ ਉਹਦੀ ਗਵਰਨਮੈਂਟ ਬਣਦੀ ਹੈ, ਲੇਕਿਨ ਉਹਦਾ ਇਹ ਮਤਲਬ ਨਹੀਂ ਕਿ ਮੈਜੋਰਿਟੀ ਪਾਰਟੀ ਜਿਹੜੀ ਹੈ ਸਿਰਫ ਆਪਣੀ ਆਈਡੀਓਲੋਜੀ ਨੂੰ ਹੀ ਅੱਗੇ ਲੈ ਕੇ ਚੱਲੇ, ਬਲਕਿ ਉਹਨੂੰ ਮਾਈਨੋਰਟੀਜ਼ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਈਵਨ ਮਾਈਨੋਰਿਟੀ ਪਾਰਟੀਜ਼ ਜਿਹੜੀਆਂ ਨੇ ਉਹਨਾਂ ਦੇ ਵਿਊਜ਼ ਸੁਣਨੇ ਚਾਹੀਦੇ ਨੇ ਔਰ ਉਹਦੇ ਅਕੋਰਡਿੰਗ ਲਾਜ਼ ਬਣਨੇ ਚਾਹੀਦੇ ਨੇ। ਨਾਲ ਦੀ ਨਾਲ ਮਾਈਨੋਰਿਟੀ ਕਮਿਊਨਿਟੀਜ਼ ਦੀਆਂ ਪ੍ਰੋਬਲਮਸ ਨੂੰ ਸਮਝਦੇ ਹੋਏ ਉਹਨਾਂ ਦੇ ਅਕੋਰਡਿੰਗ ਜਿਹੜਾ ਹੈ ਦੇਸ਼ ਨੂੰ ਰਨ ਕਰਨਾ ਚਾਹੀਦਾ ਹੈ। ਮੈਜੋਰਿਟੀ ਐਂਡ ਮਾਈਨੋਰਿਟੀ ਓਪੀਨੀਅਨਸ ਆਰ ਨੋਟ ਪਰਮਾਨੈਂਟ ਔਰ ਮੋਰ ਓਵਰ ਜਿਹੜੇ ਓਪੀਨੀਅਨਸ ਨੇ ਮੈਜੋਰਿਟੀ ਔਰ ਮਾਈਨੋਰਿਟੀ ਕਮਿਊਨਿਟੀਜ਼ ਦੇ ਉਹ ਅਕਸਰ ਚੇਂਜ ਹੁੰਦੇ ਰਹਿੰਦੇ ਨੇ। ਸੋ
ਚਾਹੀਦਾ ਹੈ ਕਿ ਮੈਜੋਰਿਟੀ ਦੇ ਵਿੱਚ ਜਿਹੜੀ ਕਮਿਊਨਿਟੀ ਹੈ ਉਹ ਮਾਈਨੋਰਿਟੀ ਕਮਿਊਨਿਟੀਜ਼ ਨੂੰ ਨਾਲ ਲੈ ਕੇ ਚੱਲੇ। It is also necessary that rule by majority does not become the rule by majority community in terms of religion, race, linguistic group etc. ਜਦੋਂ ਅਸੀਂ ਗੱਲ ਕਰਦੇ ਹਾਂ ਕਿ ਡੈਮੋਕ੍ਰੇਟਿਕ ਗਵਰਨਮੈਂਟ ਦੇ ਵਿੱਚ ਮੈਜੋਰਿਟੀ ਦਾ ਰੂਲ ਹੁੰਦਾ ਹੈ ਤਾਂ ਇਹਦਾ ਇਹ ਮਤਲਬ ਨਹੀਂ ਅਸੀਂ ਕੱਢ ਸਕਦੇ ਕਿ ਜਿੰਨੇ ਵੀ ਮੈਜੋਰਿਟੀ ਦੇ ਵਿੱਚ ਨੇ ਜੋ ਲੀਡਰ ਨੇ ਸਾਡੇ, ਜਿਨ੍ਹਾਂ ਨੇ ਮੈਜੋਰਿਟੀ ਦੇ ਨਾਲ ਗਵਰਨਮੈਂਟ ਬਣਾਈ ਹੈ, ਉਹ ਸਿਰਫ ਇੱਕ ਹੀ ਰਿਲੀਜਨ ਦੇ ਹੋਣਗੇ ਜਾਂ ਇੱਕ ਹੀ ਰੇਸ ਦੇ ਹੋਣਗੇ ਜਾਂ ਇੱਕ ਹੀ ਲੈਂਗੁਏਜ ਗਰੁੱਪ ਦੇ ਹੋਣਗੇ। ਡੈਮੋਕ੍ਰੇਸੀ ਦੇ ਵਿੱਚ ਅਲੱਗ-ਅਲੱਗ ਪਰਸਨ ਜੋ ਅਲੱਗ-ਅਲੱਗ ਗਰੁੱਪਸ ਨੂੰ ਬਿਲੋਂਗ ਕਰਦੇ ਨੇ ਜਾਂ ਅਲੱਗ-ਅਲੱਗ ਰਿਲੀਜਨਸ ਦੇ ਨੇ, ਉਹ ਇਕੱਠੇ ਮਿਲ ਕੇ ਜਿਹੜਾ ਹੈ ਇਲੈਕਸ਼ਨ ਲੜ ਕੇ ਮੈਜੋਰਿਟੀ ਦਾ ਪਾਰਟ ਬਣ ਸਕਦੇ ਨੇ ਔਰ ਉਸ ਤੋਂ ਬਾਅਦ ਉਹ ਮੈਜੋਰਿਟੀ ਬਣਾ ਕੇ ਗਵਰਨਮੈਂਟ ਚਲਾ ਸਕਦੇ ਨੇ। ਡੈਮੋਕ੍ਰੇਸੀ ਰਿਮੇਨਸ ਡੈਮੋਕ੍ਰੇਸੀ ਓਨਲੀ ਐਜ਼ ਲੌਂਗ ਐਜ਼ ਐਵਰੀ ਸਿਟੀਜ਼ਨ ਹੈਜ਼ ਅ ਚਾਂਸ ਆਫ ਬੀਇੰਗ ਇਨ ਮੈਜੋਰਿਟੀ ਐਟ ਸਮ ਪੁਆਇੰਟ ਆਫ ਟਾਈਮ। ਸੋ ਕਹਿੰਦਾ ਡੈਮੋਕ੍ਰੇਸੀ ਦੇ ਵਿੱਚ ਜ਼ਰੂਰੀ ਹੈ ਕਿ ਹਰ ਇੱਕ ਨਾਗਰਿਕ ਦੇ ਕੋਲ ਮੌਕਾ ਹੋਵੇ ਕਿ ਉਹ ਕਦੇ ਨਾ ਕਦੇ ਮੈਜੋਰਿਟੀ ਦਾ ਪਾਰਟ ਬਣ ਸਕੇ ਔਰ ਰੂਲਿੰਗ ਗਵਰਨਮੈਂਟ ਦਾ ਪਾਰਟ ਬਣ ਸਕੇ। ਇਫ ਸਮਵਨ ਇਜ਼ ਪਾਰਟ from being in majority on the basis of birth, then the democratic rule ceases to be accommodative for that person or group. ਅਗਰ ਅਸੀਂ ਕਿਸੇ ਪਰਸਨ ਨੂੰ ਜਿਹੜਾ ਹੈ ਮੈਜੋਰਿਟੀ ਦਾ ਪਾਰਟ ਬਣਨ ਤੋਂ ਰੋਕਦੇ ਹਾਂ ਤਾਂ ਫਿਰ ਉਹ ਜਿਹੜਾ ਹੈ ਡੈਮੋਕ੍ਰੇਟਿਕ ਰੂਲਸ ਦੀ ਉਲੰਘਣਾ ਹੋਏਗੀ ਔਰ ਐਸੀ ਡੈਮੋਕ੍ਰੇਸੀ ਜਿਹੜੀ ਹੈ ਉਹ ਸੋਸ਼ਲ ਡਿਫਰੈਂਸਿਸ ਨੂੰ ਅਕੋਮੋਡੇਟ ਨਹੀਂ ਕਰ ਪਾਏਗੀ। ਸੋ ਕੋਈ ਵੀ ਪਰਸਨ ਜਿਹੜਾ ਹੈ ਉਹ ਡੈਮੋਕ੍ਰੇਟਿਕ ਰੂਲਸ ਦੇ ਰਾਹੀਂ ਡੈਮੋਕ੍ਰੇਟਿਕ ਇਲੈਕਸ਼ਨ ਲੜ ਕੇ ਜਿਹੜਾ ਹੈ ਮੈਜੋਰਿਟੀ ਗਵਰਨਮੈਂਟ ਦਾ ਵੀ ਪਾਰਟ ਬਣ ਸਕਦਾ ਹੈ, ਚਾਹੇ ਉਹ ਕਿਸੇ ਵੀ ਰਿਲੀਜਨ ਨੂੰ ਬਿਲੋਂਗ ਕਰਦਾ ਹੈ, ਕਿਸੇ ਵੀ ਕਾਸਟ ਨੂੰ ਬਿਲੋਂਗ ਕਰਦਾ ਹੈ। ਇੱਥੇ ਅੱਗੇ ਨੈਕਸਟ ਤੁਹਾਨੂੰ ਕੁਛ ਕਾਰਟੂਨਸ ਦਿੱਤੇ ਹੋਏ ਨੇ, ਐਨੀਮੀਜ਼ ਐਂਡ ਗ੍ਰੀਟਿੰਗਸ। ਕਹਿੰਦਾ 2 ਇਮੇਜਿਸ ਨੇ ਡਿਫਰੈਂਟ ਕਾਈਂਡ ਆਫ ਸ਼ੋਇੰਗ ਡਿਫਰੈਂਟ ਕਾਈਂਡਸ ਆਫ ਇਫੈਕਟਸ ਡੈਮੋਕ੍ਰੈਟਿਕ ਪੋਲੀਟਿਕਸ ਕੈਨ ਹੈਵ ਔਨ ਸੋਸ਼ਲ ਡਿਵੀਜ਼ਨਸ। ਸੋ ਡੈਮੋਕ੍ਰੇਸੀ ਜਿਹੜੀ ਹੈ ਕਿਵੇਂ ਸੋਸ਼ਲ ਡਿਵੀਜ਼ਨਸ ਨੂੰ ਜਾਂ ਸੋਸ਼ਲ ਡਿਫਰੈਂਸਿਸ ਨੂੰ ਅਕੋਮੋਡੇਟ ਕਰਦੀ ਹੈ, ਇਸ ਪਿਕਚਰ 'ਚ ਦਿਖਾਇਆ ਗਿਆ ਹੈ। ਜਿਵੇਂ ਕਿ ਬੈਲਜੀਅਮ 'ਚ ਉਹਨਾਂ ਨੇ ਕੀਤਾ ਸੀਗਾ, ਦੂਜੇ ਪਾਸੇ ਉਹਨਾਂ ਨੇ ਦਿਖਾਇਆ ਕਿ ਕਿਵੇਂ ਡੈਮੋਕ੍ਰੇਸੀ ਦੇ ਵਿੱਚ ਹੀ 2 ਕਮਿਊਨਿਟੀਜ਼ ਆਪਸ 'ਚ ਦੁਸ਼ਮਣ ਬਣ ਜਾਂਦੀਆਂ ਨੇ, ਜਿਵੇਂ ਸ੍ਰੀਲੰਕਾ 'ਚ ਸੀਗਾ। ਬੈਲਜੀਅਮ 'ਚ ਕੀ ਹੋਇਆ ਸੀਗਾ, ਜਿਵੇਂ ਸਾਨੂੰ ਪਤਾ ਹੈ ਕਿ ਕੁਛ ਇਲਾਕੇ ਜਿੱਥੇ ਕਿ ਫਰੈਂਚ ਦੀ ਜਿਹੜੀ ਹੈਗੀ ਆ ਮੈਜੋਰਿਟੀ, ਕੁਛ ਏਰੀਆਜ਼ ਨੇ ਜਿੱਥੇ ਡੱਚ ਦੀ ਮੈਜੋਰਿਟੀ ਹੈ। ਸੋ ਉੱਥੇ ਵੀ ਉਹ ਆਪਸ 'ਚ ਮਿਲ ਕੇ ਰਹਿ ਰਹੇ ਨੇ। ਫੋਰ ਐਗਜ਼ਾਮਪਲ ਆਪਾਂ ਲਾ ਲਈਏ ਕਿ ਬਲੈਕ ਦਾ ਏਰੀਆ ਜਿਹੜਾ ਫਰੈਂਚ ਨੂੰ ਰੈਪਰੈਜ਼ੈਂਟ ਕਰ ਰਿਹਾ ਹੈ, ਵਾਈਟ ਜਿਹੜਾ ਡੱਚ ਨੂੰ ਕਰ ਰਿਹਾ ਹੈ ਇੱਕ ਏਰੀਆ ਦੇ ਵਿੱਚ, ਦੂਜੇ ਏਰੀਆ ਦੇ ਵਿੱਚ ਇਸੇ ਤਰ੍ਹਾਂ ਹੀ ਓਪੋਜ਼ਿਟ ਹੋ ਗਿਆ ਹੈ, ਵਾਈਟ ਜਿਹੜਾ ਹੈ ਉਹ ਓਪੋਜ਼ਿਟ ਕਮਿਊਨਿਟੀ ਨੂੰ ਕਰ ਰਿਹਾ ਹੈ ਅਤੇ ਬਲੈਕ ਜਿਹੜਾ ਉਹਦੀ ਓਪੋਜ਼ਿਟ ਕਮਿਊਨਿਟੀ ਨੂੰ ਕਰ ਰਿਹਾ ਹੈ। ਲੇਕਿਨ ਉਹਨਾਂ ਨੇ ਆਪਸ 'ਚ ਮਿਲ ਜੁਲ ਕੇ ਰਹਿਣ ਦਾ ਫੈਸਲਾ ਕੀਤਾ ਹੈ ਔਰ ਇੱਕ ਦੂਜੇ ਦੀਆਂ ਨੀਡਸ ਨੂੰ ਪੂਰਾ ਕਰ ਰਹੇ ਨੇ ਆਪਣੇ ਆਪਣੇ ਏਰੀਆ ਦੇ ਵਿੱਚ ਔਰ ਅਕੋਮੋਡੇਟ ਕੀਤਾ ਹੋਇਆ ਉਹਨਾਂ ਡਿਫਰੈਂਸਿਸ ਨੂੰ। ਸੋ ਗ੍ਰੀਟਿੰਗ ਹੈ। ਨੈਕਸਟ ਸਾਡੇ ਕੋਲ ਐਨੀਮੀਜ਼ ਜਿਵੇਂ ਸ੍ਰੀਲੰਕਾ 'ਚ ਬਣ ਗਏ ਸੀਗੇ ਤਾਮਿਲਸ ਔਰ ਸਿੰਹਾਲੀਜ਼, ਔਰ ਸਿੰਹਾਲੀਜ਼ ਨੇ ਕਿਉਂਕਿ ਤਾਮਿਲਸ ਨੂੰ ਡੋਮੀਨੇਟ ਕੀਤਾ ਜਿਸ ਕਾਰਨ ਤਾਮਿਲਸ ਨੇ ਸਿੰਹਾਲੀਜ਼ ਦੇ ਖਿਲਾਫ ਹਥਿਆਰ ਚੁੱਕ ਲਿਆ। ਸੋ ਜ਼ਰੂਰੀ ਹੈ ਕਿ ਸਾਨੂੰ ਬੈਲਜੀਅਮ ਵਾਲਾ ਜਿਹੜਾ ਹੈ ਫਾਰਮੂਲਾ ਅਪਣਾਉਣਾ ਚਾਹੀਦਾ ਹੈ ਡੈਮੋਕ੍ਰੇਸੀ ਦੇ ਵਿੱਚ ਤਾਂ ਕਿ ਅਸੀਂ ਸੋਸ਼ਲ ਡਿਫਰੈਂਸਿਸ ਨੂੰ ਅਕੋਮੋਡੇਟ ਕਰ ਸਕੀਏ। ਨੈਕਸਟ ਸਾਡੇ ਕੋਲ ਟੌਪਿਕ ਆ ਜਾਂਦਾ ਡਿਗਨਿਟੀ ਐਂਡ ਫਰੀਡਮ ਆਫ ਦ ਸਿਟੀਜ਼ਨਸ, ਕਿ ਡੈਮੋਕ੍ਰੇਸੀ ਜਿਹੜੀ ਹੈ ਕਿਵੇਂ ਇੱਕ ਇਨਸਾਨ ਦੀ ਇੱਜ਼ਤ ਔਰ ਆਜ਼ਾਦੀ ਦੇ ਵਿੱਚ ਵਾਧਾ ਕਰਦੀ ਹੈ।